ਜਿਹੜੇ ਪੰਜਾਬੀ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਜਾਣਗੇ ਉਹਨਾਂ ਤੇ ਹੁਣ ਸਖਤ ਜੁਰਮਾਨੇ ਠੋਕ ਦਿੱਤੇ ਗਏ ਨੇ। ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਗਲਤੀ ਕਰਨ ਤੇ ਤੁਹਾਨੂੰ ਕਿੰਨਾ ਜੁਰਮਾਨਾ ਲੱਗੇਗਾ। ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਗੁਰਦਾਸਪੁਰ ਦੇ ਵਿੱਚ ਇੱਕ ਪੱਤਰਕਾਰ ਨੇ ਗੁਰੂ ਘਰ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਾਬਕਾ ਮੈਨੇਜਰ ਸਣੇ 2 ਖਿਲਾਫ ਕੇਸ ਦਰਜ ਕਰ ਲਿਆ ਗਿਆ। ਅੰਮ੍ਰਿਤਸਰ ਜਦੋਂ ਕੇਜਰੀਵਾਲ ਏਅਰਪੋਰਟ ਤੇ ਪਹੁੰਚੇ ਤਾਂ ਕੇਜਰੀਵਾਲ ਦੇ ਸਵਾਗਤ ਲਈ ਲਾਏ ਗਏ ਬੋਰਡ ਨਗਰ ਨਿਗਮ ਨੇ ਲਾ ਦਿੱਤੇ। ਕੇਜਰੀਵਾਲ ਬਾਗਾ ਪੁਰਾਣਾ ਪਹੁੰਚੇ, ਕਹਿੰਦੇ ਸਾਡਾ ਕਿਸਾਨ ਦੇਸ਼ ਧਰੋਹੀ ਨਹੀਂ ਹੋ ਸਕਦਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਦਿੱਲੀ ਵਿੱਚ ਕਿਸਾਨ ਖਿਲਾਫ ਐਕਸ਼ਨ ਨਹੀਂ ਹੋਣ ਦਿਆਂਗਾ। ਦੁਨੀਆ ਵਿੱਚ ਚੀਨ ਦੀ ਫੌਜ ਸਭ ਤੋਂ ਵੱਧ ਤਾਕਤਵਰ ਫੌਜ ਦੇ ਰੂਪ 'ਚ ਸਾਹਮਣੇ ਆਈ ਹੈ, ਜਦਕਿ ਭਾਰਤ ਚੌਥੇ ਥਾਂ ਤੇ ਹੈ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੁਰਮਾਨਾ ਕਿੰਨਾ ਹੋਏਗਾ ਕਿਹੜੀ ਉਲੰਘਣਾ ਕਰਨ ਤੇ, ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਗੁਰਦਾਸਪੁਰ ਦੀ ਖਬਰ ਜ਼ਰੂਰ ਦੱਸ ਦਿੰਦੇ ਹਾਂ। ਗੁਰਦਾਸਪੁਰ ਦੇ ਨੇੜਲੇ ਕਸਬਾ ਬਹਿਰਾਮਪੁਰ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਦਵਿੰਦਰ ਸਿੰਘ ਸਿੱਧੂ ਉਮਰ ਸਿਰਫ 36 ਸਾਲ ਦੀ ਸੀ। ਉਹਨਾਂ ਨੇ ਦੀਨਾਨਗਰ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰਦੁਆਰੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਵਿੰਦਰ ਸਿੰਘ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਜਗੀਰ ਸਿੰਘ ਦਾ ਪੁੱਤਰ ਹੈ। ਦਵਿੰਦਰ ਸਿੰਘ ਕੇਟਰਿੰਗ ਦਾ ਕੰਮ ਵੀ ਕਰਦਾ ਸੀ। ਬਹਿਰਾਮਪੁਰ ਨੇੜਲੇ ਪਿੰਡ ਰਾਏਪੁਰ ਦਾ ਰਹਿਣ ਵਾਲਾ ਦਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ, ਜਿਸ ਦੇ ਵਿੱਚ ਉਸਦੀਆਂ 3 ਬੇਟੀਆਂ ਵੀ ਹਨ, ਉਹਨਾਂ ਦੇ ਨਾਲ ਕਰੀਬ 12 ਸਾਲ ਤੋਂ ਗੁਰਦੁਆਰਾ ਯਾਦਗਾਰ ਦੇ ਅੰਦਰ ਰਹਿ ਰਿਹਾ ਸੀ। ਸਵੇਰੇ 10:30 ਵਜੇ ਦੇ ਕਰੀਬ ਜਦੋਂ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਗ੍ਰੰਥੀ ਕਰਨੈਲ ਸਿੰਘ ਕਿਸੇ ਕੰਮ ਲਈ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਗਿਆ ਤਾਂ ਅੰਦਰ ਛੱਤ ਨਾਲ ਦਵਿੰਦਰ ਦੀ ਲਾਸ਼ ਲਟਕ ਰਹੀ ਸੀ। ਦਵਿੰਦਰ ਨੂੰ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੀਨਾਨਗਰ ਦੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਗੀਰ ਸਿੰਘ ਦੇ ਬਿਆਨਾਂ ਤੇ ਗੁਰਦੁਆਰੇ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਤੇ ਰਜਿੰਦਰ ਸਿੰਘ ਉਰਫ ਹੈਪੀ ਭੱਟੀ ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਪਿਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੁਰਦੁਆਰੇ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਗੁਰਬਚਨ ਸਿੰਘ ਗੋਲਕ ਦੀ ਗਿਣਤੀ ਕਰਦੇ ਸਮੇਂ ਕੁਝ ਪੈਸੇ ਕਥਿਤ ਤੌਰ ਤੇ ਇੱਧਰ-ਉੱਧਰ ਕਰ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੇਜਰ ਗੁਰਬਚਨ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ 'ਚੋਂ ਬਾਹਰ ਹੋਣਾ ਪਿਆ ਸੀ ਤੇ ਮ੍ਰਿਤਕ ਦੇ ਪਿਤਾ ਨੇ ਇਲਜ਼ਾਮ ਲਾਏ ਨੇ ਕਿ ਸਾਬਕਾ ਮੈਨੇਜਰ ਵੀਡੀਓ ਬਣਾਉਣ ਤੇ ਵਾਇਰਲ ਕਰਨ ਵਿੱਚ ਦਵਿੰਦਰ ਸਿੰਘ ਦਾ ਹੱਥ ਮੰਨਦਾ ਸੀ ਤੇ ਇਸ ਲਈ ਉਸ ਨੂੰ ਤੰਗ ਕਰਦਾ ਸੀ। ਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੱਤਰਕਾਰ ਦਵਿੰਦਰ ਸਿੰਘ ਨੇ ਸਾਬਕਾ ਮੈਨੇਜਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਵਾਲਾ ਕਦਮ ਚੁੱਕਿਆ ਹੋਵੇ। ਕਰੋਨਾ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਨਵੇਂ ਦਿਸ਼ਾ ਨਿਰਦੇਸ਼ ਐਤਵਾਰ ਯਾਨੀ ਕਿ 21 ਮਾਰਚ ਤੋਂ ਲਾਗੂ ਹੋ ਗਏ ਨੇ ਤੇ ਜਿਹੜੇ ਲੋਕ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਜਾਣਗੇ ਉਹਨਾਂ ਨੂੰ ਜੁਰਮਾਨਾ ਹੋਵੇਗਾ। ਦੱਸ ਦਿੰਦੇ ਹਾਂ ਜੁਰਮਾਨਾ ਕੀ ਕਰਨ ਤੇ ਕਿੰਨਾ ਹੋਏਗਾ। ਬਿਨਾਂ ਮਾਸਕ ਜੇ ਘਰੋਂ ਬਾਹਰ ਨਿਕਲੋਗੇ 1000 ਰੁਪਏ ਜੁਰਮਾਨਾ ਹੋਵੇਗਾ ਤੇ ਤੁਹਾਡਾ ਕਰੋਨਾ ਦਾ ਟੈਸਟ ਵੱਖਰਾ ਹੋਏਗਾ। ਜਨਤਕ ਥਾਵਾਂ ਤੇ ਥੁੱਕਣ ਉੱਤੇ ਵੀ 1000 ਰੁਪਏ ਦਾ ਜੁਰਮਾਨਾ ਹੋਵੇਗਾ। ਕੋਵਿਡ ਦੇ ਸ਼ੱਕੀ ਮਰੀਜ਼ਾਂ ਵੱਲੋਂ ਜੇ ਇਕਾਂਤਵਾਸ ਭੰਗ ਕੀਤਾ ਜਾਊਗਾ ਯਾਨੀ ਕਿ ਕੁਆਰੰਟੀਨ ਨੂੰ ਭੰਗ ਕੀਤਾ ਜਾਊਗਾ ਤਾਂ 2000 ਰੁਪਏ ਜੁਰਮਾਨਾ ਲਾਇਆ ਜਾਊਗਾ। ਕੋਵਿਡ ਦੇ ਪੋਜ਼ਿਟਿਵ ਮਰੀਜ਼ ਜੇ ਇਕਾਂਤਵਾਸ ਭੰਗ ਕਰਨਗੇ ਤਾਂ ਉਹਨਾਂ ਨੂੰ 5000 ਰੁਪਏ ਦਾ ਜੁਰਮਾਨਾ ਲਾਇਆ ਜਾਏਗਾ। ਯਾਨੀ ਕਿ ਜੇ ਤੁਸੀਂ ਸ਼ੱਕੀ ਮਰੀਜ਼ ਹੋ, ਜੇ ਤੁਸੀਂ ਕੁਆਰੰਟੀਨ ਦੇ ਵਿੱਚ ਨਹੀਂ ਰਹਿ ਰਹੇ, ਬਾਹਰ ਘੁੰਮਦੇ ਦੇਖੇ ਗਏ ਹੋ ਤਾਂ 2000 ਰੁਪਇਆ ਦੇਣਾ ਪਊਗਾ। ਜੇ ਤੁਸੀਂ ਪੋਜ਼ਿਟਿਵ ਮਰੀਜ਼ ਹੋ ਤੇ ਬਾਹਰ ਘੁੰਮ ਰਹੇ ਹੋ ਫਿਰ ਤੁਹਾਨੂੰ 5000 ਰੁਪਇਆ ਦੇਣਾ ਪਵੇਗਾ। ਹੋਟਲ, ਰੈਸਟੋਰੈਂਟ ਜਾਂ ਫਿਰ ਢਾਬੇ ਦੇ ਵਿੱਚ ਸਮਾਜਿਕ ਦੂਰੀ ਨਾ ਰੱਖਣ ਤੇ ਹੋਟਲ ਦੇ ਮਾਲਕ ਨੂੰ 5000 ਰੁਪਏ ਦਾ ਜੁਰਮਾਨਾ ਲਾਇਆ ਜਾਏਗਾ। ਕਿਸੇ ਵੀ ਸਮਾਗਮ ਦੇ ਵਿੱਚ ਸਰਕਾਰ ਦੇ ਵੱਲੋਂ ਤੈਅ ਵਿਅਕਤੀਆਂ ਤੋਂ ਵੱਧ ਇਕੱਠ ਕਰਨ ਤੇ 10000 ਰੁਪਏ ਦਾ ਜੁਰਮਾਨਾ ਲਾਇਆ ਜਾਏਗਾ। ਇੱਕ ਵੱਡਾ ਜੁਰਮਾਨਾ ਹੈ। ਦੁਕਾਨ ਦੇ ਵਿੱਚ ਜੇ ਸਰੀਰਕ ਦੂਰੀ ਨਹੀਂ ਰੱਖੀ ਜਾਏਗੀ ਤਾਂ ਦੁਕਾਨਦਾਰ ਨੂੰ 2000 ਰੁਪਏ ਦਾ ਜੁਰਮਾਨਾ ਹੋਏਗਾ। ਯਾਨੀ ਕਿ ਦੁਕਾਨਦਾਰਾਂ ਨੂੰ ਹੁਣ ਪਹਿਲਾਂ ਦੇ ਵਾਂਗੂ ਜਿਹੜੇ ਕਰੋਨਾ ਦੇ ਵਿੱਚ ਸਮਾਜਿਕ ਦੂਰੀ ਨੂੰ ਲੈ ਕੇ ਜੋ ਗੋਲ ਚੱਕਰ ਬਣਾਏ ਗਏ ਸੀ ਉਹ ਹੁਣ ਦੁਬਾਰਾ ਬਣਾਉਣੇ ਪੈਣਗੇ। ਗਾਹਕ ਨੇ ਜਿਹੜੇ ਉਹ ਇਕੱਠ ਬਣਾ ਕੇ ਖੜੇ ਨਹੀਂ ਹੋ ਸਕਦੇ। ਵਾਹਨਾਂ ਦੇ ਵਿੱਚ ਸਰਕਾਰ ਨੇ ਜੋ ਤੈਅ ਕੀਤੀ ਹੈ ਗਿਣਤੀ, ਉਸ ਤੋਂ ਵੱਧ ਵਿਅਕਤੀਆਂ ਦਾ ਬੈਠਣਾ ਜਾਂ ਫਿਰ ਸਰੀਰਕ ਦੂਰੀ ਦੀ ਉਲੰਘਣਾ ਕਰਨ ਤੇ 2 ਪਹੀਆ ਤੇ ਆਟੋ ਰਿਕਸ਼ਾ ਨੂੰ 500 ਰੁਪਏ, ਕਾਰ ਨੂੰ 2000 ਰੁਪਏ ਤੇ ਬੱਸ ਨੂੰ 3000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਸੋ ਜੁਰਮਾਨੇ ਦੇਣ ਲਈ ਤੁਸੀਂ ਤਿਆਰ ਰਹੋ ਜੇ ਤੁਸੀਂ ਗਲਤੀਆਂ ਕਰਦੇ ਹੋ। ਸਰਕਾਰ ਨੇ ਜਿਹੜੇ ਨਿਯਮ ਬਣਾਏ ਨੇ ਕੋਈ ਬਹੁਤੇ ਔਖੇ ਨਿਯਮ ਨਹੀਂ ਹੈਗੇ, ਉਹਨਾਂ ਦੀ ਪਾਲਣਾ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ। ਹਾਲਾਂਕਿ ਸਰਕਾਰ ਦੇ ਨਿਯਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਇੱਕ ਚਰਚਾ ਹੈਗੀ ਆ ਉਹ ਚੱਲ ਰਹੀ ਹੈ। ਆਪਾਂ ਕਹਿ ਸਕਦੇ ਹਾਂ ਕਿ ਕ੍ਰਿਟਿਸਿਜ਼ਮ ਜ਼ਰੂਰ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਵੀ ਚਰਚਾ ਹੁੰਦੀ ਹੈ ਕਿ ਕਰੋਨਾ ਸਿਰਫ ਰਾਤ ਨੂੰ ਹੀ ਆਉਂਦਾ ਹੈ, ਇਸ ਕਰਕੇ ਰਾਤ ਦਾ ਕਰਫਿਊ ਲਾਇਆ ਗਿਆ। ਰਾਤ ਨੂੰ ਤਾਂ ਉਂਝ ਵੀ ਲੋਕ ਘਰਾਂ ਦੇ ਵਿੱਚੋਂ ਬਾਹਰ ਜ਼ਿਆਦਾਤਰ ਨਹੀਂ ਨਿਕਲਦੇ, ਰਾਤ ਸੌਣ ਵਾਸਤੇ ਹੁੰਦੀ ਹੈ ਤੇ ਰਾਤ ਨੂੰ ਲੋਕ ਆਪਣੇ ਘਰਾਂ ਦੇ ਅੰਦਰ ਹੀ ਹੁੰਦੇ ਨੇ, ਟਾਵਾਂ ਵਿਰਲਾ ਹੁੰਦਾ ਤੇ ਹੁਣ ਲੋਕ ਕਹਿ ਰਹੇ ਨੇ ਕਿ ਕੀ ਕਰੋਨਾ ਸਿਰਫ ਰਾਤ ਨੂੰ ਆਉਂਦਾ ਹੈ।
ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਦਿਨ ਨੇੜੇ ਆ ਰਹੇ ਨੇ ਤਾਂ ਹੋਲੇ ਮਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ ਕੀਤੀ ਜਾਏਗੀ। ਰੋਪੜ ਦੀ ਡੀਸੀ ਸੋਨਾਲੀ ਗਿਰੀ ਨੇ ਰਾਤ ਦੇ ਕਰਫਿਊ ਦੀ ਸਮੀਖਿਆ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ ਲੋਕਾਂ ਦੀ ਸਹੂਲਤ ਲਈ ਕੀਤੀ ਜਾਏਗੀ, ਕਿਉਂਕਿ ਇੱਥੇ 24 ਮਾਰਚ ਤੋਂ 29 ਮਾਰਚ ਤੱਕ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਖਾਲਸੇ ਦਾ ਹੋਲਾ ਮਹੱਲਾ ਮਨਾਇਆ ਜਾਣਾ ਹੈ। ਇਸ ਮੌਕੇ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਸ ਧਰਤੀ ਨੂੰ ਸਿਜਦਾ ਕਰਨ ਪਹੁੰਚਦੀ ਹੈ ਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਸੋਨਾਲੀ ਗਿਰੀ ਨੇ ਲੋਕਾਂ ਨੂੰ ਕੋਰੋਨਾ ਦੇ ਕਾਰਨ ਹੋਲਾ ਮਹੱਲਾ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਣ, ਮਾਸਕ ਪਾਉਣ ਤੇ ਸਮੇਂ-ਸਮੇਂ ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀ ਅਪੀਲ ਵੀ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਵਿਦੇਸ਼ੀ ਸ਼ਰਧਾਲੂ ਹੋਲਾ ਮਹੱਲਾ ਅਟੈਂਡ ਕਰਨ ਦੇ ਲਈ ਆਉਣਗੇ, ਉਹਨਾਂ ਕੋਲ 72 ਘੰਟੇ ਪਹਿਲਾਂ ਦੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਰੂਪਨਗਰ ਜ਼ਿਲ੍ਹੇ ਦੇ ਵਿੱਚ ਵੀ ਰਾਤ ਦਾ ਕਰਫਿਊ ਲਾਗੂ ਹੈ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਇੱਥੇ ਕਰਫਿਊ ਲਾਗੂ ਰਹਿੰਦਾ ਹੈ। ਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਪੰਜਾਬੀ ਮਾਸਕ ਪਾਏ ਤੋਂ ਬਿਨਾਂ ਘਰੋਂ ਬਾਹਰ ਨਿਕਲਦੇ ਨੇ, ਉਹਨਾਂ ਤੇ ਸਖਤੀ ਵੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਡਟ ਗਈ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਫੜ ਕੇ ਉਹਨਾਂ ਦੇ ਕਰੋਨਾ ਟੈਸਟ ਕਰਵਾਏ ਜਾ ਰਹੇ ਨੇ ਤੇ ਮਾਸਕ ਨਾ ਪਾਉਣ ਵਾਲੇ ਕਰੀਬ 4400 ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ ਹੈ। ਯਾਨੀ ਕਿ 4400 ਪੰਜਾਬੀਆਂ ਦੇ ਕੋਵਿਡ ਦੇ ਟੈਸਟ ਪਿਛਲੇ 2-3 ਦਿਨਾਂ ਦੇ ਵਿੱਚ ਕਰ ਦਿੱਤੇ ਗਏ ਨੇ। ਉਹਨਾਂ ਦੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਸੀ, ਇਹਦੇ ਨਾਲ 1800 ਜਣਿਆਂ ਨੂੰ ਜੁਰਮਾਨਾ ਵੀ ਹੋਇਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਰੀਬ 12000 ਲੋਕਾਂ ਨੂੰ ਮੁਫਤ ਮਾਸਕ ਵੀ ਵੰਡੇ ਨੇ। ਪੁਲਿਸ ਮੁਖੀ ਦਿਨਕਰ ਗੁਪਤਾ ਨੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਦੀ ਪਾਲਣਾ ਕਰਨ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਕੋਵਿਡ ਟੈਸਟ ਕਰਵਾਉਣ ਤੇ ਚਲਾਨ ਕੱਟਣ ਤੋਂ ਇਲਾਵਾ ਸੂਬੇ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 7 FIRs ਵੀ ਦਰਜ ਕੀਤੀਆਂ ਨੇ। ਕੋਵਿਡ ਦੇ ਕਾਰਨ ਜਿਹੜੇ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਦੂਸਰੇ ਸੂਬੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ CBSE ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਦੇਸ਼ ਦੇ ਕਿਸੇ ਵੀ ਦੂਜੇ ਸ਼ਹਿਰ ਜਾਂ ਫਿਰ ਸੂਬੇ ਦੇ ਵਿੱਚ ਪ੍ਰੀਖਿਆ ਦੇਣ ਦੀ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਜਾਰੀ ਕੀਤੀ ਤਾਜ਼ਾ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਕੋਵਿਡ-19 ਕਾਰਨ ਬਹੁਤ ਸਾਰੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਹੋਰ ਸ਼ਹਿਰਾਂ ਜਾਂ ਦੇਸ਼ਾਂ ਦੇ ਵਿੱਚ ਫਸੇ ਹੋਏ ਨੇ ਤੇ ਅਜਿਹੇ ਵਿਦਿਆਰਥੀ ਆਪਣੇ ਸਕੂਲ ਨੂੰ ਥਿਊਰੀ ਜਾਂ ਪ੍ਰੈਕਟੀਕਲ ਪ੍ਰੀਖਿਆ ਜਾਂ ਫਿਰ ਦੋਵੇਂ ਦੇਣ ਲਈ ਕੇਂਦਰ ਬਦਲਣ ਦੇ ਲਈ ਬੇਨਤੀ ਕਰ ਸਕਦੇ ਨੇ। ਯਾਨੀ ਕਿ ਵਿਦਿਆਰਥੀ ਜਿਹੜੇ 10ਵੀਂ ਤੇ 12ਵੀਂ ਦੇ ਨੇ CBSE ਬੋਰਡ ਦੇ ਅਧੀਨ, ਉਹ ਆਪਣੀ ਮਰਜ਼ੀ ਦਾ ਜਿਹੜਾ ਪ੍ਰੀਖਿਆ ਕੇਂਦਰ ਹੈ ਉਹ ਚੁਣ ਸਕਦੇ ਨੇ। ਬੋਰਡ ਨੇ ਤੁਹਾਨੂੰ ਸਹੂਲਤ ਦੇ ਦਿੱਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ। ਇਲਾਜ ਲਈ ਉਹਨਾਂ ਨੂੰ ਦਿੱਲੀ ਦੇ ਏਮਸ ਵਿੱਚ ਦਾਖਲ ਕਰਵਾ ਦਿੱਤਾ ਗਿਆ। 19 ਮਾਰਚ ਨੂੰ ਲੋਕ ਸਭਾ ਸਪੀਕਰ ਨੂੰ ਕਰੋਨਾ ਦੀ ਪੁਸ਼ਟੀ ਹੋ ਗਈ ਸੀ। ਉਧਰ ਸਿਹਤ ਮੰਤਰਾਲੇ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਨੂੰ ਕੁੰਭ ਮੇਲੇ ਵਿੱਚ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਨ ਲਈ ਚਿੱਠੀ ਲਿਖੀ ਹੈ। ਉਹਨਾਂ ਕਿਹਾ ਕਿ 10 ਤੋਂ 20 ਤੀਰਥ ਯਾਤਰੀ ਤੇ ਇੰਨੇ ਹੀ ਸਥਾਨਕ ਲੋਕ ਰੋਜ਼ਾਨਾ ਕਰੋਨਾ ਦੇ ਸ਼ਿਕਾਰ ਹੋ ਰਹੇ ਨੇ। ਬਾਵਜੂਦ ਇਸ ਦੇ ਹਰਿਦੁਆਰ ਵਿੱਚ ਜਾਂਚ ਦੇ ਅੰਕੜੇ ਤਸੱਲੀ ਬਖਸ਼ ਨਹੀਂ ਹਨ ਤੇ ਨਾ ਹੀ ਕਰੋਨਾ ਤੋਂ ਰੋਕਥਾਮ ਦੇ ਲਈ ਕੋਈ ਸਖਤ ਪ੍ਰਬੰਧ ਹਨ। ਸਿਹਤ ਮੰਤਰਾਲੇ ਦੇ ਸਿਹਤ ਸਕੱਤਰ ਨੇ ਕਿਹਾ ਹੈ ਕਿ ਕਰੋਨਾ ਨੂੰ ਰੋਕਣ ਲਈ ਸਖਤ ਤੋਂ ਸਖਤ ਕਦਮ ਉੱਤਰਾਖੰਡ ਦੀ ਸਰਕਾਰ ਵੱਲੋਂ ਚੁੱਕੇ ਜਾਣ। ਪੈਰਿਸ ਅਤੇ ਫਰਾਂਸ ਦੇ ਹੋਰਨਾਂ ਇਲਾਕਿਆਂ ਦੇ ਵਿੱਚ 1 ਮਹੀਨੇ ਦੀ ਤਾਲਾਬੰਦੀ ਐਤਵਾਰ ਤੋਂ ਸ਼ੁਰੂ ਹੋ ਗਈ ਹੈ। DPA ਨਿਊਜ਼ ਏਜੰਸੀ ਦੇ ਮੁਤਾਬਿਕ ਕਰੋਨਾ ਮਹਾਮਾਰੀ ਦੇ ਤੀਸਰੇ ਉਭਾਰ ਨਾਲ ਜੂਝ ਰਹੇ ਮੁਲਕਾਂ ਦੇ ਵਿੱਚ ਤਾਲਾਬੰਦੀ ਦੇ ਸਖਤ ਨਿਯਮਾਂ ਦਾ ਲੱਖਾਂ ਲੋਕਾਂ ਤੇ ਅਸਰ ਪਵੇਗਾ। ਇਥੋਂ ਦੇ 16 ਪ੍ਰਬੰਧਕੀ ਜ਼ਿਲ੍ਹਿਆਂ ਦੇ ਵਿੱਚ ਕਿਤਾਬਾਂ ਤੇ ਮਿਊਜ਼ਿਕ ਤੋਂ ਇਲਾਵਾ ਬਾਕੀ ਸਾਰੀਆਂ ਗੈਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਵਿਦਿਆਰਥੀ ਸਕੂਲ ਜਾ ਸਕਦੇ ਨੇ ਤੇ ਲੋਕ ਆਪਣੀ ਰਿਹਾਇਸ਼ ਤੋਂ 10 ਕਿਲੋਮੀਟਰ ਦੇ ਘੇਰੇ ਅੰਦਰ ਹੀ ਘੁੰਮ ਸਕਦੇ ਨੇ। ਤੇ ਕਰੋਨਾ ਨਾਲ ਜੁੜੀ ਖਬਰ ਇੱਕ ਅਮਰੀਕਾ ਤੋਂ ਵੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਕਲੱਬ ਨੂੰ ਕਰੋਨਾ ਵਾਇਰਸ ਦੇ ਫੈਲਣ ਕਾਰਨ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਕਰੋਨਾ ਵਾਇਰਸ ਫੈਲਣ ਕਾਰਨ ਕਲੱਬ, ਬੀਚ ਕਲੱਬ ਤੇ ਡਾਈਨਿੰਗ ਰੂਮ ਵਿੱਚ ਸੇਵਾਵਾਂ ਅਸਥਾਈ ਤੌਰ ਤੇ ਬੰਦ ਕਰ ਦਿੱਤੀਆਂ ਗਈਆਂ ਨੇ। ਸ਼ੁੱਕਰਵਾਰ ਨੂੰ ਮਾਰ-ਏ-ਲਾਗੋ ਫੇਸਬੁੱਕ ਪੇਜ ਤੇ ਪੋਸਟ ਕੀਤੀਆਂ ਤਸਵੀਰਾਂ ਵਿੱਚ ਲੋਕਾਂ ਨੂੰ ਮਾਸਕ ਤੋਂ ਬਿਨਾਂ ਇਕੱਠੇ ਹੋਏ ਦੇਖਿਆ ਗਿਆ। ਟਰੰਪ ਦਾ ਇਹ ਕਲੱਬ ਪਾਮ ਬੀਚ ਕਾਉਂਟੀ ਫਲੋਰੀਡਾ ਵਿੱਚ ਸਥਿਤ ਹੈ, ਜਿੱਥੇ ਸੂਬੇ ਦੇ ਵਿੱਚ ਤੀਜੇ ਸਭ ਤੋਂ ਵੱਧ ਕਰੋਨਾ ਦੇ ਕੇਸ ਦਰਜ ਕੀਤੇ ਗਏ ਨੇ। ਕਰੋਨਾ ਤੋਂ ਬਾਅਦ ਜੇ ਮੌਸਮ ਦੀ ਗੱਲ ਕਰ ਲਈਏ ਤਾਂ ਅਗਲੇ 4 ਦਿਨਾਂ ਦੇ ਵਿੱਚ ਮੌਸਮ ਵੀ ਪਰੇਸ਼ਾਨ ਕਰੇਗਾ। ਹਾਲਾਂਕਿ ਗਰਮੀ ਤੋਂ ਰਾਹਤ ਲੋਕਾਂ ਨੂੰ ਜ਼ਰੂਰ ਮਿਲੇਗੀ। ਮੌਸਮ ਵਿਭਾਗ ਨੇ ਮੀਂਹ ਹਨੇਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
21 ਮਾਰਚ ਦੀ ਰਾਤ ਤੋਂ ਲੈ ਕੇ 23 ਮਾਰਚ ਤੱਕ ਝੱਖੜ ਦੇ ਨਾਲ ਤੇਜ਼ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ। ਕਈ ਦਿਨਾਂ ਤੋਂ ਤਿੱਖੀ ਧੁੱਪ ਤੇ ਵੱਧ ਰਹੀ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਸੀ ਤੇ ਮੀਂਹ ਪੈਣ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਵੀ ਬੱਝੀ ਹੈ, ਪਰ ਜਿਹੜੀ ਹਨੇਰੀ ਝੱਖੜ ਚੱਲੇਗਾ ਉਸ ਨਾਲ ਲੋਕਾਂ ਨੂੰ ਜ਼ਰੂਰ ਦਿੱਕਤ ਆ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਖਾਸ ਕਰਕੇ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਮਾਨਸਾ ਲਈ ਯੈਲੋ ਅਤੇ ਬਾਕੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨ ਤੱਕ ਪੰਜਾਬ ਨੂੰ ਗਰਮ ਹਵਾਵਾਂ ਤੋਂ ਰਾਹਤ ਰਹੇਗੀ। ਰਾਜਸਥਾਨ ਤੋਂ ਵੀ ਖਬਰ ਆ ਰਹੀ ਹੈ, ਜਿੱਥੇ ਸਰਕਾਰ ਨੇ 25 ਮਾਰਚ ਤੋਂ ਸੂਬੇ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਨੈਗੇਟਿਵ RT-PCR ਟੈਸਟ ਰਿਪੋਰਟ ਲਿਆਉਣਾ ਲਾਜ਼ਮੀ ਕੀਤਾ ਹੈ, ਜੋ ਕਿ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਤੇ ਰਾਜਸਥਾਨ ਦੇ ਵਿੱਚ ਕਰੋਨਾ ਕਰਕੇ ਅਗਲੇ ਹੁਕਮਾਂ ਤੱਕ ਪ੍ਰਾਇਮਰੀ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ। ਰਾਜਸਥਾਨ ਸਰਕਾਰ ਨੇ 22 ਮਾਰਚ ਯਾਨੀ ਕਿ ਸੋਮਵਾਰ ਤੋਂ ਰਾਜਸਥਾਨ ਦੇ ਸਾਰੇ ਮਿਊਨਿਸਪਲ ਕਾਰਪੋਰੇਸ਼ਨਾਂ ਅੰਦਰ ਆਉਂਦੇ ਸਾਰੇ ਇਲਾਕਿਆਂ ਵਿੱਚ ਰਾਤ ਨੂੰ 10 ਵਜੇ ਤੋਂ ਸਾਰੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਜਮੇਰ, ਭੀਲਵਾੜਾ, ਜੈਪੁਰ, ਜੋਧਪੁਰ, ਕੋਟਾ, ਉਦੈਪੁਰ, ਸਗਵਾੜਾ ਅਤੇ ਕੁਸ਼ਲਗੜ੍ਹ ਦੇ ਵਿੱਚ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਪੰਜਾਬ ਦੇ ਸੁਨਾਮ ਤੁਹਾਨੂੰ ਲੈ ਚੱਲਦੇ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਕਾਨਫਰੰਸ ਕਰਵਾਈ ਗਈ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਖਾਸ ਤੌਰ ਤੇ ਨੌਜਵਾਨ ਪਹੁੰਚੇ ਤੇ ਹੋਰ ਲੋਕ ਵੀ ਪਹੁੰਚੇ। ਨੌਜਵਾਨਾਂ ਨੇ ਲੋਕ ਹਿੱਤਾਂ ਦੇ ਹੱਕ ਵਿੱਚ ਡਟਣ ਦਾ ਅਹਿਦ ਲਿਆ। ਇਸ ਮੌਕੇ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਸਮੇਤ ਹੋਰ ਸੈਂਕੜੇ ਯੋਧਿਆਂ ਨੇ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਪਰ ਅੱਜ ਕੇਂਦਰ ਵਿਚਲੀ ਮੋਦੀ ਸਰਕਾਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਕੇ ਕਾਰਪੋਰੇਟਾਂ ਦੇ ਹੱਕ ਵਿੱਚ ਭੁਗਤ ਰਹੀ ਹੈ। ਕਿਸਾਨ ਲੀਡਰਾਂ ਦੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਤਰ੍ਹਾਂ ਦੀ ਇੱਕ ਮਹਾਪੰਚਾਇਤ ਉੱਤਰਾਖੰਡ ਦੇ ਵਿੱਚ ਕੀਤੀ ਗਈ, ਜਿੱਥੇ ਕਿਸਾਨਾਂ, ਬਣਵਾਸੀਆਂ ਅਤੇ ਦਲਿਤਾਂ ਦੀ ਪਹਿਲੀ ਮਹਾਪੰਚਾਇਤ ਹੋਈ। ਇੱਥੇ ਨੌਜਵਾਨ ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਖਾਸ ਤੌਰ ਤੇ ਪਹੁੰਚੇ। ਰਜਿੰਦਰ ਸਿੰਘ ਨੇ ਕਿਹਾ ਕਿ ਵਿਕਾਸ ਤਾਂ ਚਾਹੇ ਪਹਾੜਾਂ ਦੇ ਜੰਗਲਾਂ ਤੱਕ ਨਹੀਂ ਪਹੁੰਚਿਆ, ਪਰ ਕਿਸਾਨ ਅੰਦੋਲਨ ਪਹਾੜਾਂ ਦੇ ਜੰਗਲਾਂ ਤੱਕ ਵੀ ਪਹੁੰਚ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਕਿਸਾਨ ਕਈ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਖੇਤੀ ਕਰ ਰਹੇ ਨੇ ਤੇ ਮਾਲਕਾਨਾ ਹੱਕ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਨੇ। ਸਰਕਾਰ ਆਬਾਦਕਾਰਾਂ ਨੂੰ ਜ਼ਮੀਨੀ ਹੱਕ ਦੇਣ ਦੀ ਬਜਾਏ ਕਾਰਪੋਰੇਟਾਂ ਨੂੰ ਜ਼ਮੀਨਾਂ ਦੇਣ ਲਈ ਕਾਨੂੰਨ ਬਣਾ ਰਹੀ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਰੁਜ਼ਗਾਰ ਦੇ ਸਾਰੇ ਖੇਤਰ, ਖੇਤੀ, ਸਨਅਤ ਅਤੇ ਸੇਵਾਵਾਂ ਲਗਾਤਾਰ ਪ੍ਰਾਈਵੇਟ ਕਰ ਰਹੀ ਹੈ। ਹਰ ਸਾਲ 2 ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਸੂਬੇ ਵਿੱਚ ਲੋਕ ਬੇਰੁਜ਼ਗਾਰ ਹੋ ਰਹੇ ਨੇ। ਇਸ ਮੌਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਸਾਰੇ ਲੋਕਾਂ ਨੇ ਸ਼ਹੀਦ ਨੌਜਵਾਨ ਕਿਸਾਨ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਨਵਰੀਤ ਸਿੰਘ ਦੀ ਸ਼ਹੀਦੀ ਨੇ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ, ਬਲਕਿ ਪੂਰੇ ਦੇਸ਼ ਦੀ ਬਣ ਚੁੱਕੀ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਖੋਈਆਂ ਟੋਲ ਪਲਾਜ਼ਾ ਕਿਸਾਨ ਮਹਾਪੰਚਾਇਤ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਚੜੂਨੀ ਨੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਦੀ ਤਾਂ ਸ਼ੁਰੂਆਤ ਕੀਤੀ ਹੈ, ਪਰ ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਦੇਸ਼ ਦੀ ਰੱਖਿਆ ਕਰਦੇ ਹਾਲੇ ਤੱਕ ਇੱਕ ਵੀ ਪੂੰਜੀਪਤੀ ਦਾ ਬੇਟਾ ਸ਼ਹੀਦ ਹੋਇਆ ਹੋਵੇ ਤਾਂ ਦੱਸੋ। ਸ਼ਹੀਦ ਸਿਰਫ ਕਿਸਾਨ ਦਾ ਪੁੱਤਰ ਹੀ ਹੁੰਦਾ ਹੈ, ਜਿਹੜਾ ਬਾਰਡਰਾਂ ਤੇ ਵੀ ਦੇਸ਼ ਦੀ ਰਾਖੀ ਕਰਦਾ ਹੈ। ਚੜੂਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਪਿੰਡ ਵਿੱਚ ਦਲਿਤ ਭਰਾਵਾਂ ਨੂੰ ਜੋੜਨ ਲਈ ਦਲਿਤ ਸਮਾਜ ਦੀ ਪੰਚਾਇਤ ਕਰੋ। ਦਲਿਤ ਸਮਾਜ ਵਾਲਿਆਂ ਨੂੰ ਨਾਲ ਜੋੜੋ। ਉਹ ਸਾਡੇ ਨਾਲ ਆਉਣ ਨੂੰ ਤਿਆਰ ਨੇ, ਪਰ ਅਸੀਂ ਉਹਨਾਂ ਕੋਲ ਜਾ ਨਹੀਂ ਰਹੇ। ਹੋ ਸਕਦਾ ਹੈ ਅੰਦੋਲਨ 2024 ਤੱਕ ਚੱਲੇ। ਇਹ ਚੜੂਨੀ ਨੇ ਸੰਕੇਤ ਦਿੱਤੇ। ਚੜੂਨੀ ਨੇ ਵੀ ਕਿਹਾ ਕਿ ਪੁਲਿਸ ਦੇ ਨਾਲ ਕਿਸੇ ਨੇ ਕੋਈ ਝਗੜਾ ਨਹੀਂ ਕਰਨਾ, ਪਰ ਕਿਸੇ ਵੀ ਸਿਆਸੀ ਲੀਡਰ ਨੂੰ ਆਪਣੇ ਪਿੰਡ 'ਚ ਨਹੀਂ ਵੜਨ ਦੇਣਾ। ਬੀਜੇਪੀ ਨੂੰ ਵੋਟ ਨਹੀਂ ਦੇਣੀ। ਰਾਮਦੇਵ, ਅੰਬਾਨੀ, ਅਡਾਨੀ ਦਾ ਸਮਾਨ ਨਹੀਂ ਖਰੀਦਣਾ। ਜੋ ਵੀ ਲੀਡਰ ਇਸ ਕਿਸਾਨੀ ਅੰਦੋਲਨ ਵਿੱਚ ਯੋਗਦਾਨ ਨਹੀਂ ਪਾਉਂਦਾ, ਉਸ ਨੂੰ ਵੋਟ ਨਹੀਂ ਪਾਉਣੀ। ਉਸ ਦੀ ਬਜਾਏ ਭਾਵੇਂ ਗਧੇ ਨੂੰ ਹੀ ਵੋਟ ਕਿਉਂ ਨਾ ਪਾ ਦਿਓ, ਪਰ ਉਸ ਲੀਡਰ ਨੂੰ ਵੋਟ ਨਹੀਂ ਪਾਉਣੀ ਜਿਹੜਾ ਕਿਸਾਨਾਂ ਦੇ ਨਾਲ ਨਹੀਂ ਖੜਦਾ। ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਮੁੱਦੇ ਦੇ ਵਿੱਚ ਖੂਬ ਉਛਲ-ਕੁੱਦ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਬਾਘਾ ਪੁਰਾਣਾ ਦੇ ਵਿੱਚ ਕਿਸਾਨ ਮਹਾ ਸੰਮੇਲਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵੱਲੋਂ ਬਾਘਾ ਪੁਰਾਣਾ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਕੇਜਰੀਵਾਲ ਦਾ ਸਵਾਗਤ ਕੀਤਾ। ਪਰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਤੜਕੇ ਆਮ ਆਦਮੀ ਪਾਰਟੀ ਨੇ ਜਿਹੜੇ ਕੇਜਰੀਵਾਲ ਦੇ ਸਵਾਗਤ ਲਈ ਬੋਰਡ ਲਾਏ ਸੀ, ਉਹਨਾਂ ਨੂੰ ਅੰਮ੍ਰਿਤਸਰ ਨਗਰ ਨਿਗਮ ਨੇ ਲਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ਵਿੱਚ ਅਸੀਂ ਕਰੋਨਾ ਨੂੰ ਧਿਆਨ 'ਚ ਰੱਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਨੇ। ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਹੈ ਤੇ ਅਸੀਂ ਆਪਣੇ ਕਰੋਨਾ ਟੈਸਟ ਖੁਦ ਵੀ ਕਰਵਾਏ ਨੇ। ਤੇ ਸਵਾਗਤੀ ਬੋਰਡ ਹਟਾਉਣ ਬਾਰੇ ਮਾਨ ਨੇ ਕਿਹਾ ਕਿ ਬੋਰਡ ਭਾਵੇਂ ਲਾ ਦਿੱਤੇ, ਪਰ ਕੇਜਰੀਵਾਲ ਨੂੰ ਲੋਕਾਂ ਦੇ ਦਿਲਾਂ 'ਚੋਂ ਨਹੀਂ ਕੱਢਿਆ ਜਾ ਸਕਦਾ।
ਤੇ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਹੈ ਤਾਂ ਇੱਥੇ ਰੈਲੀ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰਸ਼ਾਸਨ ਨੇ ਲੋਕਾਂ ਦੇ ਲਈ ਕਰੋਨਾ ਟੈਸਟ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਸੀ। ਪਾਰਟੀ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ, ਬਲਕਿ ਕਿਸਾਨਾਂ ਦਾ ਧੰਨਵਾਦ ਕਰਨ ਲਈ ਅਸੀਂ ਰੈਲੀ ਕਰ ਰਹੇ ਹਾਂ। ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਹ ਮਹਾਪੰਚਾਇਤ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ ਵੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਚੁੱਕੇ ਨੇ। ਜਦੋਂ ਕੇਜਰੀਵਾਲ ਦੀ ਵਾਰੀ ਆਈ ਤਾਂ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਤੋਂ ਪੰਜਾਬ ਦੇ ਕਿਸਾਨਾਂ ਨੂੰ ਸਲਾਮ ਕਰਨ ਆਇਆ, ਉਹਨਾਂ ਦਾ ਧੰਨਵਾਦ ਕਰਨ ਆਇਆ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ 3 ਕਾਲੇ ਖੇਤੀ ਕਾਨੂੰਨ ਪਾਸ ਕੀਤੇ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਉੱਠੀ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਹੀ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਹੀ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਿਆ ਹੈ। ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਵੀ ਖੂਬ ਗੁਣ ਗਾਏ, ਜੇਲਾਂ ਵਾਲਾ ਰਾਗ ਵੀ ਅਲਾਪਿਆ। ਯਾਨੀ ਕਿ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਸੀ ਤਾਂ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਸਟੇਡੀਅਮ ਮੰਗੇ ਸੀ ਕਿ ਉੱਥੇ ਆਰਜ਼ੀ ਜੇਲਾਂ ਬਣਾਉਣੀਆਂ ਨੇ, ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਟੇਡੀਅਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੇਜਰੀਵਾਲ ਨੇ ਦਾਅਵਾ ਕਿਹਾ ਕਿ ਜਦੋਂ ਤੱਕ ਮੈਂ ਦਿੱਲੀ ਵਿੱਚ ਹਾਂ ਕਿਸਾਨਾਂ ਦੇ ਕੋਈ ਐਕਸ਼ਨ ਨਹੀਂ ਹੋਣ ਦਿਆਂਗਾ। ਕਿਸਾਨਾਂ ਨੂੰ ਗਾਲਾਂ ਕੱਢਣ ਵਾਲਿਆਂ ਖਿਲਾਫ ਆਮ ਆਦਮੀ ਪਾਰਟੀ ਨੇ ਕੇਸ ਦਰਜ ਕੀਤੇ, ਇਹ ਕੇਜਰੀਵਾਲ ਨੇ ਦਾਅਵਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਆਪ ਦੇ ਲੀਡਰਾਂ, ਸੰਸਥਾਵਾਂ ਤੇ ਵਿਧਾਇਕਾਂ ਨੇ ਬਗੈਰ ਪਾਰਟੀ ਦੇ ਨਿਸ਼ਾਨ ਤੇ ਝੰਡਿਆਂ ਤੋਂ ਕਿਸਾਨਾਂ ਦੀ ਸੇਵਾ ਕੀਤੀ ਹੈ ਤੇ ਕਿਸਾਨਾਂ ਦੀਆਂ ਮੁੱਢਲੀਆਂ ਲੋੜਾਂ ਦਾ ਪ੍ਰਬੰਧ ਕੀਤਾ ਹੈ। ਦਿੱਲੀ ਦੇ ਵਿੱਚ ਕਿਸਾਨਾਂ ਲਈ ਅਸੀਂ ਪਾਣੀ, ਟਾਇਲਟ, ਲੰਗਰ, ਫ੍ਰੀ ਵਾਈਫਾਈ ਦਾ ਇੰਤਜ਼ਾਮ ਕੀਤਾ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ। ਪਰ ਇਸ ਮਹਾ ਸੰਮੇਲਨ ਨੂੰ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਸੰਮੇਲਨ ਕਹਿਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਕੇਜਰੀਵਾਲ ਨੇ ਕੈਪਟਨ ਸਰਕਾਰ ਵੱਲੋਂ ਵੰਡੇ ਗਏ ਬੇਰੁਜ਼ਗਾਰੀ ਭੱਤਾ ਕਾਰਡ ਲੋਕਾਂ ਨੂੰ ਦਿਖਾਉਂਦਿਆਂ ਕਿਹਾ ਕਿ ਕਿਸ ਨੂੰ ਕੈਪਟਨ ਦੇ ਰਾਜ ਦੇ ਵਿੱਚ ਰੁਜ਼ਗਾਰ ਮਿਲਿਆ। ਕੈਪਟਨ ਨੇ ਇਹ ਕਾਰਡ 20 ਲੱਖ ਘਰਾਂ ਦੇ ਵਿੱਚ ਵੰਡੇ ਸੀ। ਕੈਪਟਨ ਨੇ ਕਿਹਾ ਸੀ ਮੈਨੂੰ ਵੋਟ ਦਿਓ, ਜਦੋਂ ਮੇਰੀ ਸਰਕਾਰ ਬਣ ਗਈ ਤਾਂ ਮੈਂ ਤੁਹਾਨੂੰ ਨੌਕਰੀ ਦਿਆਂਗਾ ਤੇ ਇਹ ਕਾਰਡ ਤੁਸੀਂ ਹਮੇਸ਼ਾ ਆਪਣੇ ਕੋਲ ਰੱਖਿਓ, ਕਿਉਂਕਿ ਇਹ ਤੁਹਾਨੂੰ ਯਾਦ ਦਿਵਾਏਗਾ ਕਿ ਅੱਜ ਤੋਂ 4 ਸਾਲ ਪਹਿਲਾਂ ਇੱਕ ਆਦਮੀ ਤੁਹਾਨੂੰ ਧੋਖਾ ਦੇ ਕੇ ਵੋਟਾਂ ਲੈ ਕੇ ਚਲੇ ਗਿਆ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ABP ਚੈਨਲ ਨੇ ਅੱਜ ਇੱਕ ਸਰਵੇ ਕੀਤਾ ਹੈ ਜਿਹਦੇ ਵਿੱਚ ਸਾਹਮਣੇ ਆਇਆ ਕਿ ਜੇ ਅੱਜ ਚੋਣਾਂ ਹੁੰਦੀਆਂ ਨੇ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤੇ 1 ਸਾਲ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਸੋ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਆਸੀ ਨਿਸ਼ਾਨੇ ਲਾਉਣੇ ਨਹੀਂ ਭੁੱਲੇ। ਜ਼ਾਹਿਰ ਤੌਰ ਤੇ ਇਹ ਦੇਖ ਕੇ, ਇਹ ਸੁਣ ਕੇ ਹਰ ਆਮ ਆਦਮੀ ਇਹੀ ਸੋਚੇਗਾ ਕਿ ਸਿਆਸੀ ਪਾਰਟੀਆਂ ਸਿਰਫ ਤੇ ਸਿਰਫ ਕਿਸਾਨਾਂ ਦੇ ਮੁੱਦੇ ਤੇ ਚੋਣ ਪੱਤਾ ਖੇਡ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਬਾਗਾ ਪੁਰਾਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਰੈਲੀ ਤੇ ਨਿਸ਼ਾਨਾ ਵੀ ਕੱਸਿਆ ਗਿਆ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਸਾਨੀ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਸੰਸਦ ਵਿੱਚ ਸੰਸਦੀ ਕਮੇਟੀ 'ਚ ਬਹਿ ਕੇ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ ਸੋਧ ਐਕਟ 2020 ਲਾਗੂ ਕਰਨ ਦੇ ਸੁਝਾਅ ਨੂੰ ਸਹਿਮਤੀ ਦੇ ਦਿੱਤੀ ਤੇ ਹੁਣ ਉਹਨਾਂ ਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਪਰ ਮੈਂ ਹੈਰਾਨ ਹਾਂ ਕਿ ਭਗਵੰਤ ਮਾਨ ਵੀ ਰੈਲੀ ਦੇ ਵਿੱਚ ਚੁੱਪ ਰਿਹਾ ਤੇ ਕੇਜਰੀਵਾਲ ਵੀ ਚੁੱਪ ਰਹੇ। ਚੀਮਾ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਦਾ ਚੁੱਪ ਰਹਿਣਾ ਕੇਂਦਰ ਸਰਕਾਰ ਨਾਲ ਸਾਜ਼ਿਸ਼ ਵਿੱਚ ਸ਼ਾਮਿਲ ਹੋਣਾ ਬਿਆਨ ਕਰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਸਟੇਡੀਅਮਾਂ ਨੂੰ ਜੇਲ੍ਹ ਨਹੀਂ ਬਣਾਉਣ ਦਿੱਤਾ। ਤਾਂ ਮੈਂ ਕੇਜਰੀਵਾਲ ਨੂੰ ਪੁੱਛਦਾ ਕਿ ਜਦੋਂ ਸੜਕਾਂ ਨੂੰ ਜੇਲ੍ਹ ਬਣਾਇਆ ਜਾ ਰਿਹਾ ਸੀ, ਕੰਧਾਂ ਖੜੀਆਂ ਕੀਤੀਆਂ ਜਾ ਰਹੀਆਂ ਸੀ, ਕਿੱਲ ਲਾਏ ਜਾ ਰਹੇ ਸੀ, ਉਦੋਂ ਕੇਜਰੀਵਾਲ ਦੀ ਸਰਕਾਰ ਚੁੱਪ ਕਿਉਂ ਸੀ? ਚੀਮਾ ਨੇ ਇਹ ਸਵਾਲ ਵੀ ਕੀਤਾ ਕਿ ਜਿਹੜੇ ਸਿੱਖ ਨੌਜਵਾਨਾਂ ਤੇ ਕੇਸ ਦਰਜ ਕੀਤੇ ਗਏ, ਕਿਸਾਨਾਂ ਤੇ ਕੇਸ ਦਰਜ ਕੀਤੇ ਗਏ, ਤਾਂ ਤੁਹਾਡੇ ਸਰਕਾਰੀ ਵਕੀਲ ਉਹਨਾਂ ਦੇ ਖਿਲਾਫ ਕਿਉਂ ਪੇਸ਼ ਹੁੰਦੇ ਰਹੇ? ਇਹ ਤੁਸੀਂ ਪੰਜਾਬ ਦੀ ਜਨਤਾ ਨੂੰ ਅੱਜ ਦੱਸਣਾ ਕਿਉਂ ਭੁੱਲ ਗਏ? ਪਹਿਲਾਂ ਕਾਰਡ ਦੇ ਨਾਂ ਤੇ ਕੈਪਟਨ ਸਰਕਾਰ ਨੇ ਠੱਗੀ ਮਾਰੀ, ਹੁਣ ਕੇਜਰੀਵਾਲ ਦੀ ਗੱਲ 'ਚ ਨਾ ਆ ਜਾਇਓ ਪੰਜਾਬੀਓ, ਕਿਉਂਕਿ ਨਾ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਸੀ ਤੇ ਨਾ ਹੀ ਇਹਨਾਂ ਨੇ ਦੇਣੀ ਹੈ। ਸੋ ਅਕਾਲੀ ਦਲ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਆਪਣੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ, ਜਿਸ ਨੇ ਪੁਲਿਸ ਜ਼ਬਰ ਦੇ ਨਾਲ BJP ਤੋਂ ਸ਼ਹਿ ਪ੍ਰਾਪਤ ਗੁੰਡਿਆਂ ਦਾ ਡਟ ਕੇ ਟਾਕਰਾ ਕੀਤਾ ਸੀ, ਜੋ ਕਿ 29 ਜਨਵਰੀ ਨੂੰ ਸਿੰਘੂ ਬਾਰਡਰ ਤੇ ਬੀਬੀਆਂ ਦੇ ਟੈਂਟ ਪੁੱਟਣਾ ਚਾਹੁੰਦੇ ਸੀ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨ ਰਣਜੀਤ ਸਿੰਘ ਦਾ ਸਨਮਾਨ ਕੀਤਾ ਤੇ ਕਿਹਾ ਕਿ ਰਣਜੀਤ ਸਿੰਘ ਸਰਕਾਰੀ ਜ਼ਬਰ ਦੇ ਖਿਲਾਫ ਇੱਕ ਮਿਸਾਲ ਬਣ ਗਿਆ, ਜੋ ਔਰਤਾਂ ਦੇ ਹੱਕਾਂ ਦੀ ਰਾਖੀ ਦੇ ਨਾਲ ਸਿੱਖੀ ਸਰੂਪ ਤੇ ਕਦਰਾਂ ਕੀਮਤਾਂ ਦੇ ਚਮਕਦੇ ਉਦਾਹਰਣ ਵਜੋਂ ਸਾਹਮਣੇ ਆਇਆ। ਮਜੀਠੀਆ ਨੇ ਕਿਹਾ ਕਿ ਇਸ ਸਭ ਦੌਰਾਨ ਰਣਜੀਤ ਸਿੰਘ ਨੇ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਥਾਂ ਖਾਲੀ ਕਰਵਾਉਣ ਦੀ ਨਫ਼ਰਤ ਭਰੀ ਸਾਜ਼ਿਸ਼ ਨੂੰ ਵੀ ਮਾਤ ਦਿੱਤੀ। ਮਜੀਠੀਆ ਨੇ ਇਸ ਮੌਕੇ DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ। ਕਿਹਾ ਕਿ ਉਹਨਾਂ ਦੀ ਬਦੌਲਤ ਹੀ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਵਾਲੇ ਰਣਜੀਤ ਸਿੰਘ ਤੇ 146 ਹੋਰ ਨੌਜਵਾਨਾਂ ਦੀ ਰਿਹਾਈ ਸੰਭਵ ਹੋਈ ਹੈ। ਇਸ ਮੌਕੇ ਅਕਾਲੀ ਦਲ ਅਤੇ DSGMC ਵੱਲੋਂ ਰਣਜੀਤ ਸਿੰਘ ਨੂੰ 2.5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਗਿਆ।
ਚੰਡੀਗੜ੍ਹ ਦੇ ਸੈਕਟਰ 16 ਦੇ ਪੰਜਾਬ ਕਲਾ ਭਵਨ ਦੇ ਵਿੱਚ ਕਿਸਾਨੀ ਸੰਘਰਸ਼ ਵਿੱਚ ਮੀਡੀਆ ਦੀ ਭੂਮਿਕਾ ਤੇ ਵਿਚਾਰ ਚਰਚਾ ਕਰਨ ਦੇ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਦੀਪਕ ਸ਼ਰਮਾ ਚਨਾਰਥਲ ਅਤੇ ਮਨਦੀਪ ਪੂਨੀਆ ਖਾਸ ਤੌਰ ਤੇ ਪਹੁੰਚੇ। ਪੱਤਰਕਾਰ ਮਨਦੀਪ ਪੂਨੀਆ ਇਸੇ ਸੰਘਰਸ਼ ਦਰਮਿਆਨ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ। ਪੂਨੀਆ ਨੇ ਕਿਹਾ ਕਿ ਮੈਂ ਇਸ ਅੰਦੋਲਨ ਨੂੰ ਦੋ ਤਰੀਕਿਆਂ ਦੇ ਨਾਲ ਦੇਖਦਾ। ਪਿਛਲੇ ਸਤੰਬਰ ਤੋਂ ਹੀ ਖੇਤੀ ਤੇ ਗੱਲ ਕੀਤੀ ਜਾ ਰਹੀ ਹੈ। 90 ਤੋਂ ਬਾਅਦ 30 ਸਾਲ ਬਾਅਦ ਇਸ ਮੁੱਦੇ ਨੇ ਪੂਰੀ ਤਰ੍ਹਾਂ ਨਾਲ ਵਾਪਸੀ ਕੀਤੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ਹਰਿਆਣਾ ਦਾ ਭਾਈਚਾਰਾ ਪੀੜ੍ਹੀਆਂ ਤੱਕ ਮੁੜ ਤੋਂ ਕਾਇਮ ਹੋ ਗਿਆ। ਪੂਨੀਆ ਨੇ ਆਪਣੇ ਸਟੇਟਸ ਬਾਰੇ ਦੱਸਦਿਆਂ ਵੀ ਕਿਹਾ ਕਿ ਮੈਂ ਜ਼ਮਾਨਤ ਤੇ ਬਾਹਰ ਆਇਆ, ਹਾਲੇ ਚਾਰਜ ਸ਼ੀਟ ਫਾਈਲ ਹੋਏਗੀ, ਫਿਰ ਦੇਖਾਂਗਾ ਕੀ ਕਰਨਾ ਹੈ। ਪੂਨੀਆ ਨੇ ਕਿਹਾ ਕਿ ਪੱਤਰਕਾਰਤਾ ਬਿਜ਼ਨਸ ਬਣਦਾ ਜਾ ਰਿਹਾ ਹੈ। ਬਹੁਤ ਸਾਰੇ ਚੈਨਲ ਸਿਰਫ ਇਸ਼ਤਿਹਾਰ ਲਈ ਹਨ, ਫਿਰ ਵੀ ਉਮੀਦ ਹੈ ਕਿ ਆਜ਼ਾਦ ਮੀਡੀਆ ਉਭਰੇਗਾ। ਮਨਦੀਪ ਨੇ ਕਿਹਾ ਕਿ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰਨੀ ਬਹੁਤ ਜ਼ਰੂਰੀ ਹੈ ਤੇ ਸਰਕਾਰੀ ਦਬਾਅ ਤੋਂ ਮੁਕਤ ਰਹਿ ਕੇ ਹੀ ਪੱਤਰਕਾਰੀ ਅਸਲ ਅਰਥਾਂ ਵਿੱਚ ਪੱਤਰਕਾਰੀ ਹੈ। ਇਸ ਮੌਕੇ ਕਿਸਾਨੀ ਅੰਦੋਲਨ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਵੀ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ तक ਦੀਆਂ ਸੱਚੀਆਂ ਘਟਨਾਵਾਂ ਦਾ ਵਿਖਿਆਨ ਕੀਤਾ। देखिए, मैं इस आंदोलन को दो तरीके से देखता हूँ। एक तरीका है सामाजिक तौर पे देखना, दूसरा राजनीतिक तौर पे। मैं बात शुरू करूँगा राजनीतिक तौर पे। 1990 तक आप देखेंगे तो भारतीय राजनीति में किसान एक पॉलिटिकल क्लास के तौर पे एस्टेब्लिश थे। जिधर किसान वोट करते थे वही कायम होता था, और एक पॉलिटिकल क्लास के तौर पे किसान बहुत सारी चीज़ें कर पा रहे थे। आप देखेंगे कि वोट क्लब पे बड़ी बड़ी रैलियाँ हो रही थी, उसमें चौधरी चरण सिंह से लेके देवीलाल तक बहुत सारे और किसान नेता थे। लेकिन 90s के बाद एक खास राजनीति का उभार हुआ। उस राजनीति की काट दोबारा इस आंदोलन ने की है, जो हिंदू मुस्लिम और जो धार्मिक मुद्दों पे, जाति मुद्दों पे जो लड़ाने वाली फोर्सेस थी वो बैकफुट पे हैं। मेरा मानना है कि एक तो पत्रकार को ग्राउंड जीरो से रिपोर्ट करना चाहिए, जो कि कम हुआ है इन पिछले कुछ सालों में। ग्राउंड जीरो से रिपोर्टिंग नहीं हो रही है। पत्रकारिता के लिए ग्राउंड जीरो से रिपोर्ट करना सबसे ज़रूरी काम है, लेकिन मुश्किल काम है, ये भी पता है, लेकिन सबसे ज़रूरी काम है। ਗੁਰਦਾਸਪੁਰ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਵੱਲੋਂ ਮਹਾਸਭਾ ਕੀਤੀ ਗਈ। ਇਸ ਮੌਕੇ ਸਾਬਕਾ ਫੌਜੀਆਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਸਾਬਕਾ ਫੌਜੀਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 23 ਮਾਰਚ ਨੂੰ ਖਟਕੜ ਕਲਾਂ ਤੇ ਦਿੱਲੀ ਦੀਆਂ ਹੱਦਾਂ ਤੇ ਨੌਜਵਾਨ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਸਫਲ ਬਣਾਉਣ ਲਈ ਸ਼ਹਿਰਾਂ ਤੇ ਪਿੰਡਾਂ ਵਿੱਚ ਮਾਰਚ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਏਗਾ ਅਤੇ 26 ਮਾਰਚ ਦਾ ਭਾਰਤ ਬੰਦ ਵੀ ਪੂਰੀ ਤਰ੍ਹਾਂ ਦੇ ਨਾਲ ਸਫਲ ਬਣਾਉਣ ਲਈ ਪੂਰੀ ਵਾਹ ਲਾਈ ਜਾਏਗੀ। ਕਿਸਾਨੀ ਸੰਘਰਸ਼ ਦੌਰਾਨ ਅੰਬਾਨੀਆਂ ਦੀ ਰਿਲਾਇੰਸ ਕੰਪਨੀ ਦੇ ਜੀਓ ਮੋਬਾਈਲ ਨੈਟਵਰਕ ਨੂੰ ਕਾਫੀ ਘਾਟਾ ਪਿਆ ਹੈ। ਇਸ ਦਰਮਿਆਨ ਏਅਰਟੈਲ ਦੇ ਨਾਲ ਤਾਂ 69 ਲੱਖ ਗਾਹਕ ਹੋਰ ਜੁੜ ਗਏ ਨੇ, ਜਦਕਿ ਜੀਓ ਤੋਂ 34 ਲੱਖ ਗਾਹਕ ਟੁੱਟ ਗਏ ਨੇ। ਏਅਰਟੈਲ ਨੇ ਬਾਜ਼ਾਰ 'ਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ। ਜਨਵਰੀ ਮਹੀਨੇ ਦੇ ਵਿੱਚ ਏਅਰਟੈਲ ਦੇ ਗਾਹਕਾਂ ਦੀ ਗਿਣਤੀ ਵਿੱਚ 69 ਲੱਖ ਦਾ ਵਾਧਾ ਹੋਇਆ ਤੇ ਜੀਓ ਦੇ ਕਨੈਕਸ਼ਨਾਂ ਦੀ ਗਿਣਤੀ ਦੇ ਵਿੱਚ 34 ਲੱਖ ਦੀ ਕਮੀ ਆਈ ਹੈ। ਇਹ ਜਾਣਕਾਰੀ ਟਰਾਈ ਯਾਨੀ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਦਿੱਤੀ ਹੈ। ਪਟਿਆਲਾ ਤੋਂ ਖਬਰ ਹੈ, ਜਿੱਥੇ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਾ ਹੋਣ ਤੋਂ ਖਫਾ 2 ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਲੀਲਾ ਭਵਨ ਨੇੜੇ BSNL ਟਾਵਰ ਉੱਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਏ ਨੇ। ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਮੰਗ ਹੈ ਕਿ ਈਟੀਟੀ ਅਧਿਆਪਕਾਂ ਦੀ ਭਰਤੀ ਸਿਰਫ ਟੈਟ ਪਾਸ ਉਮੀਦਵਾਰਾਂ ਵਿੱਚੋਂ ਹੀ ਹੋਣੀ ਚਾਹੀਦੀ ਹੈ। ਉਹਨਾਂ ਇਸ ਭਰਤੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲਾਈਆਂ ਜਾ ਰਹੀਆਂ ਵਾਧੂ ਸ਼ਰਤਾਂ ਨੂੰ ਹਟਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਐਤਵਾਰ ਸਵੇਰੇ ਅਚਨਚੇਤ ਹੀ ਟਾਵਰ ਉੱਤੇ ਜਾ ਚੜ੍ਹੇ ਤੇ ਹੱਥ ਵਿੱਚ ਪੈਟਰੋਲ ਦੀ ਬੋਤਲ ਵੀ ਨਾਲ ਲੈ ਕੇ ਗਏ ਨੇ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਅਸੀਂ ਟਾਵਰ ਤੇ ਹੀ ਬੈਠੇ ਰਹਾਂਗੇ। ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਲੜਕੀ ਦੀ ਮੌਤ ਹੋ ਗਈ। ਟਰੱਕ ਦਾ ਡਰਾਈਵਰ ਮੌਕੇ ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਲੜਕੀ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਕੁਝ ਦਿਨ ਪਹਿਲਾਂ ਹੀ ਉਸਨੇ ਆਇਲਟਸ ਦੀ ਕੋਚਿੰਗ ਸ਼ੁਰੂ ਕੀਤੀ ਸੀ। ਸ਼ਨੀਵਾਰ ਸ਼ਾਮ ਨੂੰ ਜਦੋਂ ਆਇਲਟਸ ਦੀ ਕਲਾਸ ਲਾ ਕੇ ਘਰ ਵਾਪਸ ਜਾ ਰਹੀ ਸੀ ਤਾਂ ਰਾਹ ਵਿੱਚ ਹਾਦਸੇ ਵਿੱਚ ਹੀ ਵਿਦਿਆਰਥਣ ਦੀ ਮੌਤ ਹੋ ਗਈ। ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਹੀ ਇਹ ਘਟਨਾ ਵਾਪਰੀ ਹੈ। ਟਰੱਕ ਚਾਲਕ ਨੇ ਬਿਨਾਂ ਦੇਖੇ ਟਰੱਕ ਸੜਕ ਤੇ ਚੜ੍ਹਾ ਲਿਆ, ਜਿਸ ਕਾਰਨ ਸਕੂਟਰੀ ਸਵਾਰ ਲੜਕੀ ਟਰੱਕ ਦੀ ਜ਼ਦ ਵਿੱਚ ਆ ਗਈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਮਾਨਸਾ ਦੇ ਸਰਦੂਲਗੜ੍ਹ ਤੋਂ ਖਬਰ ਹੈ, ਜਿੱਥੇ ਬਲਰਾਜ ਕਾਲਜ ਦੇ ਨੇੜੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਥਾਣਾ ਸਰਦੂਲਗੜ੍ਹ ਦੇ ਤਫਤੀਸ਼ੀ ਅਫਸਰ ਦੀਪ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਭੁੰਦੜ ਯੂਨੀਵਰਸਿਟੀ ਕਾਲਜ ਦੇ ਨੇੜੇ ਬਸਤੀ ਵਿੱਚ ਰਹਿੰਦੇ ਕੁਲਦੀਪ ਸਿੰਘ ਨੇ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਮਨਪ੍ਰੀਤ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਮਨਪ੍ਰੀਤ ਕੌਰ ਦੀ ਉਮਰ ਸਿਰਫ 26 ਸਾਲ ਦੀ ਸੀ। ਇਸ ਜੋੜੇ ਦੇ 5 ਅਤੇ 7 ਸਾਲ ਦੇ 2 ਲੜਕੇ ਨੇ। ਮੁਲਜ਼ਮ ਪਤੀ ਫਰਾਰ ਹੈ।
ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਆਤਮਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਕਥਿਤ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੀੜਤ ਔਰਤ ਮੰਤਰੀ ਆਸ਼ੂ ਦੇ ਇਲਾਕੇ 'ਚੋਂ ਗੱਡੀ ਰਾਹੀਂ ਪ੍ਰਦਰਸ਼ਨ ਸ਼ੁਰੂ ਕਰਨ ਲੱਗੀ ਸੀ, ਪਰ ਪੱਖੋਵਾਲ ਰੋਡ ਤੇ ਹੀ ਪੁਲਿਸ ਨੇ ਔਰਤ ਅਤੇ ਉਸ ਦੇ ਲੜਕੇ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਤੇ ਚੌਂਕੀ ਕੋਚਰ ਮਾਰਕੀਟ ਲੈ ਗਏ। ਇੱਥੇ ਡੀਐਸਪੀ ਬਲਵਿੰਦਰ ਸੇਖੋਂ ਵੀ ਪਹੁੰਚ ਗਏ, ਜਿਨ੍ਹਾਂ ਕਿਹਾ ਕਿ ਮੰਤਰੀ ਤੇ ਵਿਧਾਇਕ ਮਿਲ ਕੇ ਔਰਤ ਨਾਲ ਧੱਕੇਸ਼ਾਹੀ ਕਰ ਰਹੇ ਨੇ। ਕਾਫੀ ਦੇਰ ਬਹਿਸ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਛੱਡ ਦਿੱਤਾ। ਕਿਸਾਨੀ ਸੰਘਰਸ਼ ਦਰਮਿਆਨ ਬੀਜੇਪੀ ਦੀ ਬੁਰੀ ਹਾਲਤ ਹੈ ਪੰਜਾਬ ਦੇ ਵਿੱਚ, ਪਰ ਫਿਰ ਵੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਪੰਜਾਬੀ ਲੋਕ ਨੇ ਜਿਹੜੇ ਉਹ ਬੀਜੇਪੀ ਨੂੰ ਹੀ ਵੋਟ ਦੇਣਗੇ, ਕਿਉਂਕਿ ਪੰਜਾਬੀਆਂ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਬੀਜੇਪੀ ਤੋਂ ਹੀ ਮਿਲੇਗੀ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੋਰ ਗਰੁੱਪ ਦੀਆਂ ਸੰਗਠਨਾਤਮਕ ਬੈਠਕਾਂ ਚੰਡੀਗੜ੍ਹ ਹੈੱਡਕੁਆਰਟਰ ਦੇ ਵਿੱਚ ਹੋਈਆਂ। ਇਸ ਮੌਕੇ ਕੌਮੀ ਜਨਰਲ ਸਕੱਤਰ ਤੇ ਸੂਬਾ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਤੇ ਰਾਸ਼ਟਰੀ ਸਕੱਤਰ ਤੇ ਸੂਬਾ ਸਹਿ ਇੰਚਾਰਜ ਨਰਿੰਦਰ ਸਿੰਘ ਵੀ ਮੌਜੂਦ ਸਨ ਤੇ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਇਸ ਮੌਕੇ ਇਹਨਾਂ ਨੇ ਦਾਅਵਾ ਕੀਤਾ ਕਿ ਬੀਜੇਪੀ 2022 ਦੇ ਵਿੱਚ ਮਿਸ਼ਨ ਫਤਿਹ ਕਰੇਗੀ, ਯਾਨੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। ਇਹ ਸੱਚਮੁੱਚ ਹਾਸੋਹੀਣਾ ਲੱਗਦਾ ਹੈ ਅੱਜ ਬੀਜੇਪੀ ਦੀ ਪੰਜਾਬ ਦੇ ਵਿੱਚ ਹੋ ਰਹੀ ਹਾਲਤ ਨੂੰ ਦੇਖਦੇ ਹੋਏ। ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਜਾਗੋ ਪਾਰਟੀ ਨੇ ਪਾਰਟੀ ਦਾ ਅਧਿਕਾਰਿਤ ਝੰਡਾ ਅਤੇ ਪ੍ਰਚਾਰ ਗੀਤ ਜਾਰੀ ਕਰ ਦਿੱਤਾ ਹੈ। ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੀਤ ਤੇ ਝੰਡਾ ਜਾਰੀ ਕਰਦੇ ਹੋਏ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਦਾ 92ਵਾਂ ਜਨਮ ਦਿਹਾੜਾ ਹੈ ਤੇ ਪੰਥ ਪ੍ਰਤੀ ਉਹਨਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਹੀ ਇਹਨਾਂ ਨੂੰ ਜਾਰੀ ਕੀਤਾ ਗਿਆ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। ਕਰੋਨਾ ਮਹਾਮਾਰੀ ਦੇ 1 ਸਾਲ ਦੌਰਾਨ ਭਾਰਤੀ ਪਰਿਵਾਰਾਂ ਤੇ ਕਰਜ਼ੇ ਦਾ ਭਾਰ ਵਧਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਵਿੱਚ ਭਾਰਤੀ ਲੋਕਾਂ ਤੇ ਕਰਜ਼ਾ ਕੁੱਲ ਘਰੇਲੂ ਉਤਪਾਦ ਦਾ 37.1% ਹੋ ਗਿਆ। ਇਸ ਦੇ ਉਲਟ ਪਰਿਵਾਰਾਂ ਦੀ ਬਚਤ ਘਟ ਕੇ 10.4% ਦੇ ਹੇਠਲੇ ਪੱਧਰ ਤੇ ਆ ਗਈ ਹੈ। ਮਹਾਮਾਰੀ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਨੇ, ਜਦਕਿ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਜਾਂ ਫਿਰ ਆਪਣੀ ਬਚਤ ਦੇ ਨਾਲ ਖਰਚਿਆਂ ਨੂੰ ਪੂਰਾ ਕਰਨਾ ਪੈ ਰਿਹਾ ਹੈ। ਭਾਰਤੀ ਦੌਰੇ ਤੇ ਪਹੁੰਚੇ ਹੋਏ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇ ਆਸਟਿਨ ਨੇ ਭਾਰਤ ਦੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਰਤ ਵਿੱਚ ਅਸਾਮ ਦੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਜੇ ਆਸਟਿਨ ਨੇ ਚੁੱਕਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਗੱਲਬਾਤ ਦੌਰਾਨ ਵੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਚਰਚਾ ਕੀਤੀ। ਸੂਤਰ ਦੱਸਦੇ ਨੇ ਕਿ ਜੇ ਆਸਟਿਨ ਨੇ ਕਿਹਾ ਕਿ ਵਿਸ਼ਵ ਦੇ 2 ਵੱਡੇ ਲੋਕਤੰਤਰੀ ਦੇਸ਼ਾਂ ਵਜੋਂ ਸਾਡੇ ਲਈ ਮਨੁੱਖੀ ਅਧਿਕਾਰ ਤੇ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਨੇ ਤੇ ਅਸੀਂ ਉਹਨਾਂ ਦਾ ਪਾਲਣ ਕਰਾਂਗੇ। ਆਸਟਿਨ ਨੇ ਕਿਹਾ ਕਿ ਮੈਂ ਭਾਰਤ ਦੇ ਸਾਹਮਣੇ ਅਸਾਮ ਦੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਖੜਾ ਕੀਤਾ ਹੈ। ਹਾਲਾਂਕਿ ਉਹਨਾਂ ਨੇ ਕਿਸਾਨਾਂ ਜਾਂ ਫਿਰ ਪੱਤਰਕਾਰਾਂ ਦਾ ਮੁੱਦਾ ਨਹੀਂ ਖੜਾ ਕੀਤਾ, ਜਿਸ ਬਾਰੇ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਲੋਇਡ ਆਸਟਿਨ ਨੂੰ ਅਪੀਲ ਕੀਤੀ ਸੀ। ਭਾਰਤ ਦੀ ਇੱਕ ਘਰੇਲੂ ਉਡਾਣ ਹਾਦਸਾਗ੍ਰਸਤ ਹੋਣ ਤੋਂ ਬਚ ਗਈ ਹੈ ਅਤੇ ਯਾਤਰੀ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ। ਦਰਅਸਲ ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਣ ਭਰ ਕੇ ਰਾਜਸਥਾਨ ਦੇ ਜੈਸਲਮੇਰ ਉਤਰਨ ਵਾਲੇ ਸਪਾਈਸ ਜੈਟ ਦੇ ਜਹਾਜ਼ ਦੇ ਨਾਲ ਇਹ ਸਭ ਵਾਪਰਿਆ ਹੈ। ਜੈਸਲਮੇਰ ਹਵਾਈ ਅੱਡੇ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਇਹ ਸੁਣ ਕੇ ਯਾਤਰੀਆਂ ਦੇ ਵੀ ਹੋਸ਼ ਉੱਡ ਗਏ। ਡਰੇ ਹੋਏ ਯਾਤਰੀ ਰੱਬ ਮੂਹਰੇ ਸੁਰੱਖਿਅਤ ਬਚਣ ਲਈ ਅਰਦਾਸਾਂ ਕਰਨ ਲੱਗੇ। ਜਹਾਜ਼ ਦੇ ਨਾਲ ਕੋਈ ਵੀ ਘਟਨਾ ਨਾ ਵਾਪਰ ਜਾਵੇ, ਇਸ ਲਈ ਜਹਾਜ਼ ਦੇ ਪਾਇਲਟ ਨੇ 3 ਵਾਰੀ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਹੋ ਸਕਿਆ। ਜਹਾਜ਼ ਕਰੀਬ 1 ਘੰਟਾ ਹਵਾ ਵਿੱਚ ਘੁੰਮਦਾ ਰਿਹਾ ਤੇ ਤੁਸੀਂ ਸੋਚ ਸਕਦੇ ਹੋ ਕਿ ਉਸ 1 ਘੰਟੇ ਦੇ ਵਿੱਚ ਯਾਤਰੀਆਂ ਨੇ ਕਿਵੇਂ ਸਾਹ ਰੋਕ ਕੇ ਆਪਣੀ ਜ਼ਿੰਦਗੀ ਦੀਆਂ ਅਰਦਾਸਾਂ ਕੀਤੀਆਂ ਹੋਣਗੀਆਂ। ਫਿਰ ਪਾਇਲਟ ਨੇ ਆਪਣੀ ਸੂਝ-ਬੂਝ ਨਾਲ ਜਹਾਜ਼ 'ਚ ਆਈ ਖਰਾਬੀ ਨੂੰ ਕੋਈ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਠੀਕ ਕਰ ਲਿਆ ਅਤੇ ਪਾਇਲਟ ਮੁੜ ਤੋਂ ਜਹਾਜ਼ ਨੂੰ ਅਹਿਮਦਾਬਾਦ ਵਾਪਸ ਲੈ ਗਿਆ। ਕਰੀਬ 2 ਘੰਟੇ ਬਾਅਦ ਜਹਾਜ਼ ਨੇ ਫਿਰ ਜੈਸਲਮੇਰ ਲਈ ਉਡਾਣ ਭਰੀ ਤੇ ਯਾਤਰੀਆਂ ਨੂੰ ਸੁਰੱਖਿਅਤ ਉਹਨਾਂ ਦੀਆਂ ਥਾਵਾਂ ਤੇ ਪਹੁੰਚਾਇਆ। ਜਹਾਜ਼ ਤੋਂ ਉਤਰਨ ਤੋਂ ਬਾਅਦ ਯਾਤਰੀਆਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਮੱਧ ਪ੍ਰਦੇਸ਼ ਦੇ ਵਿੱਚ ਜ਼ਬਰਦਸਤੀ ਕਰਨ ਦੇ ਲਈ ਘਰ 'ਚ ਵੜੇ ਇੱਕ ਮੁਲਜ਼ਮ ਨੂੰ ਔਰਤ ਨੇ ਕਦੇ ਵੀ ਨਾ ਭੁੱਲਣ ਵਾਲੀ ਸਜ਼ਾ ਦਿੱਤੀ ਹੈ। ਕਥਿਤ ਤੌਰ ਤੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਮੱਧ ਪ੍ਰਦੇਸ਼ ਦੇ ਉਮਰਾਹ ਪਿੰਡ ਦੇ ਵਿੱਚ ਇੱਕ 45 ਸਾਲਾ ਔਰਤ ਨੇ ਕਥਿਤ ਤੌਰ ਤੇ ਇੱਕ ਬੰਦੇ ਵੱਲੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਤੇ ਉਸ ਦਾ ਗੁਪਤ ਅੰਗ ਹੀ ਵੱਢ ਦਿੱਤਾ। ਇਹ ਵਿਅਕਤੀ ਔਰਤ ਦੇ ਘਰ ਜ਼ਬਰਦਸਤੀ ਦਾਖਲ ਹੋ ਗਿਆ ਸੀ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਸੀ। ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਕਿਸੇ ਕੰਮ ਕਰਕੇ ਸ਼ਹਿਰ ਤੋਂ ਬਾਹਰ ਸੀ ਤੇ ਉਹ ਘਰ 'ਚ ਆਪਣੇ 13 ਸਾਲਾਂ ਦੇ ਪੁੱਤਰ ਨਾਲ ਕੱਲੀ ਸੀ। ਇਸ ਦੌਰਾਨ ਉਕਤ ਵਿਅਕਤੀ ਜ਼ਬਰਦਸਤੀ ਘਰ ਵਿੱਚ ਵੜਿਆ ਤੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਔਰਤ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ 'ਚ ਨੇੜੇ ਪਈ ਦਾਤਰੀ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ ਤੇ ਕਰੀਬ ਅੱਧੀ ਰਾਤ ਨੂੰ
ਪੁਲਿਸ ਕੋਲ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਮੁਲਜ਼ਮ ਨੂੰ ਪਹਿਲਾਂ ਸਿੱਧੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਫਿਰ ਸੰਜੇ ਗਾਂਧੀ ਮੈਡੀਕਲ ਕਾਲਜ ਇਲਾਜ ਲਈ ਸ਼ਿਫਟ ਕਰ ਦਿੱਤਾ ਗਿਆ। ਲੜਾਕੂ ਜਹਾਜ਼ ਰਾਫੇਲ ਤੇ ਹੋਰ ਜੰਗੀ ਸਮਾਨ ਖਰੀਦਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭਾਰਤੀ ਸੁਰੱਖਿਆ ਮਾਮਲੇ ਤੇ ਕਈ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਨੇ, ਪਰ ਅਸਲੀਅਤ ਕੁਝ ਹੋ ਰਹੀ ਹੈ ਕਿਉਂਕਿ ਰੱਖਿਆ ਮਾਮਲਿਆਂ ਵਿੱਚ ਚੀਨ ਨੇ ਆਪਣਾ ਦਬਦਬਾ ਪਹਿਲੇ ਨੰਬਰ ਤੇ ਬਣਾ ਲਿਆ, ਜਦਕਿ ਭਾਰਤ ਦੀ ਫੌਜ ਨੂੰ ਦੁਨੀਆ ਵਿੱਚ ਸ਼ਕਤੀਸ਼ਾਲੀ ਹੋਣ ਦਾ ਸਿਰਫ ਚੌਥਾ ਸਥਾਨ ਹੀ ਹਾਸਲ ਹੋਇਆ। ਇਹ ਖੁਲਾਸਾ ਰੱਖਿਆ ਮਾਮਲਿਆਂ ਦੀ ਵੈਬਸਾਈਟ ਮਿਲਟਰੀ ਡਾਇਰੈਕਟ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਹੋਇਆ। ਭਾਰਤ ਆਪਣੀ ਫੌਜ ਤੇ ਕਰੀਬ 71 ਅਰਬ ਡਾਲਰ ਦਾ ਖਰਚਾ ਕਰਦਾ ਹੈ, ਫਿਰ ਵੀ ਭਾਰਤ ਰੱਖਿਆ ਮਾਮਲਿਆਂ ਵਿੱਚ ਚੀਨ ਤੋਂ 3 ਕਦਮ ਪਿੱਛੇ ਹੈ। ਇਸ ਸੂਚੀ ਦੇ ਵਿੱਚ ਚੀਨ ਪਹਿਲੇ ਨੰਬਰ ਤੇ, ਅਮਰੀਕਾ ਦੂਸਰੇ ਨੰਬਰ ਤੇ, ਰੂਸ ਤੀਜੇ ਨੰਬਰ ਤੇ, ਜਦਕਿ ਭਾਰਤ ਚੌਥੇ ਨੰਬਰ ਤੇ ਹੈ ਤੇ ਫਰਾਂਸ 5ਵੇਂ ਨੰਬਰ ਤੇ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਰਿਮੋਟ ਵੋਟਿੰਗ ਦੀ ਵਿਵਸਥਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਸ਼ੁਰੂ ਹੋ ਸਕਦੀ ਹੈ। ਅਰੋੜਾ ਨੇ ਇਹ ਵੀ ਕਿਹਾ ਹੈ ਕਿ ਪ੍ਰਯੋਗਾਤਮਕ ਪ੍ਰੋਜੈਕਟ ਅਗਲੇ 2 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਸਕਦਾ ਹੈ, ਯਾਨੀ ਕਿ ਟ੍ਰਾਇਲ ਅਗਲੇ 2-3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਸਕਦੇ ਨੇ ਤੇ ਭਾਰਤ ਦੇ ਵਿੱਚ ਰਿਮੋਟ ਵੋਟਿੰਗ ਦਾ ਪ੍ਰਬੰਧ ਹੈ ਜਿਹੜਾ ਉਹ ਆਉਂਦੀਆਂ ਲੋਕ ਸਭਾ ਚੋਣਾਂ ਦਰਮਿਆਨ ਹੋ ਸਕਦਾ ਹੈ। ਉੱਤਰਾਖੰਡ ਤੋਂ ਬਾਅਦ ਹੁਣ ਕਰਨਾਟਕਾ ਦੇ ਵਿੱਚ ਵੀ ਬੀਜੇਪੀ ਸਰਕਾਰ ਵਿੱਚ ਮੁੱਖ ਮੰਤਰੀ ਬਦਲਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸੀਨੀਅਰ ਬੀਜੇਪੀ ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਇੱਕ ਵਾਰ ਫਿਰ ਕਰਨਾਟਕਾ ਦੇ ਮੁੱਖ ਮੰਤਰੀ BS ਯੇਦੂਯੁਰੱਪਾ ਨੂੰ ਨਿਸ਼ਾਨਾ ਬਣਾਇਆ। ਬਾਸਨਗੌੜਾ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਯੇਦੂਯੁਰੱਪਾ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾ ਸਕਦੀ। ਉਹਨਾਂ ਮੁਤਾਬਿਕ ਸੂਬੇ ਵਿੱਚ ਬੀਜੇਪੀ ਨੂੰ ਜ਼ਿੰਦਾ ਰੱਖਣ ਲਈ ਹਰ ਹਾਲਤ ਵਿੱਚ ਮੁੱਖ ਮੰਤਰੀ ਨੂੰ ਬਦਲਣਾ ਜ਼ਰੂਰੀ ਹੈ। ਬਾਸਨਗੌੜਾ ਪਿਛਲੇ 1 ਸਾਲ ਤੋਂ ਯੇਦੂਯੁਰੱਪਾ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ। ਉੱਤਰਾਖੰਡ ਦੇ ਗਾਜ਼ੀਆਬਾਦ ਵਿੱਚ ਡਾਸਨਾ ਦੇ ਵਿੱਚ ਪਾਣੀ ਪੀਣ ਤੇ ਇੱਕ 14 ਸਾਲਾਂ ਦੇ ਮੁਸਲਮਾਨ ਬੱਚੇ ਨੂੰ ਕੁੱਟਣ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਏ ਹਿੰਦੂ ਮੰਦਿਰ ਦੇ ਬਾਹਰ ਹੁਣ ਮੁਸਲਮਾਨਾਂ ਦੇ ਦਾਖਲ ਹੋਣ ਤੇ ਰੋਕ ਲਾਉਣ ਲਈ ਇੱਕ ਬੋਰਡ ਲਾ ਦਿੱਤਾ ਗਿਆ। ਇਸ ਹਿੰਦੂ ਮੰਦਿਰ ਦੇ ਨਿਰਮਾਣ ਵਿੱਚ ਮੁਸਲਮਾਨਾਂ ਨੇ ਵੀ ਕਹਿੰਦੇ ਮਦਦ ਕੀਤੀ ਸੀ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਡਾਸਨਾ ਤੇ ਮਸੂਰੀ ਦੇ ਮੁਸਲਮਾਨ ਕਹਿ ਰਹੇ ਨੇ ਕਿ ਇੱਕ ਸਮੇਂ ਇੱਥੇ ਫਿਰਕੂ ਸਦਭਾਵਨਾ ਦਾ ਮਾਹੌਲ ਹੁੰਦਾ ਸੀ ਤੇ ਮੁਸਲਮਾਨਾਂ ਨੇ ਵੀ ਇਸ ਮੰਦਿਰ ਨੂੰ ਬਣਾਉਣ ਵਿੱਚ ਮਦਦ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਡਾਸਨਾ ਨਗਰ ਪੰਚਾਇਤ ਨੇ ਵੀ ਮੰਦਿਰ ਲਈ 6 ਏਕੜ ਜ਼ਮੀਨ ਦਿੱਤੀ ਸੀ, ਪਰ ਯਤੀ ਨਰਸਿੰਹਾਨੰਦ ਸਰਸਵਤੀ ਦੇ ਮੰਦਿਰ ਦਾ ਮੁਖੀ ਬਣਨ ਤੋਂ ਬਾਅਦ ਇੱਥੇ ਮਾਹੌਲ ਬਦਲ ਗਿਆ। ਪਹਿਲਾਂ ਉਸਨੇ ਮੁਸਲਮਾਨਾਂ ਨੂੰ ਦੁਸ਼ਹਿਰੇ ਦੇ ਮੇਲੇ ਵਿੱਚ ਆਉਣ ਤੋਂ ਰੋਕਿਆ ਤੇ ਫਿਰ ਮੰਦਿਰ ਦੇ ਬਾਹਰ ਮੁਸਲਮਾਨਾਂ ਦੇ ਦਾਖਲੇ ਤੇ ਰੋਕ ਲਾਉਣ ਲਈ ਬੋਰਡ ਲਾ ਦਿੱਤਾ। 12 ਮਾਰਚ ਨੂੰ ਇਸੇ ਮੰਦਿਰ 'ਚ ਪਾਣੀ ਪੀਣ ਗਏ ਮੁਸਲਮਾਨ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡੀਓ ਵਾਇਰਲ ਹੋਇਆ। ਹਾਲਾਂਕਿ ਮੰਦਿਰ ਦੇ ਮੁਖੀ ਯਤੀ ਨਰਸਿੰਹਾਨੰਦ ਸਰਸਵਤੀ ਨੇ ਦੋਸ਼ ਲਾਇਆ ਕਿ ਬੱਚਾ ਮੰਦਿਰ ਦਾ ਅਪਮਾਨ ਕਰ ਰਿਹਾ ਸੀ ਤੇ ਇਸ ਪੰਡਤ ਨੇ ਬੱਚੇ ਤੇ ਹੋਏ ਹਮਲੇ ਨੂੰ ਜਾਇਜ਼ ਦੱਸਿਆ ਹੈ ਤੇ ਮੁਸਲਮਾਨਾਂ ਦੇ ਦਾਖਲੇ ਤੇ ਵੀ ਪਾਬੰਦੀ ਲਾ ਦਿੱਤੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੀ ਦੁਨੀਆ ਦੀਆਂ। ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਕੇਂਦਰ ਸਰਕਾਰ ਨੂੰ ਯਾਨੀ ਕਿ ਭਾਰਤ ਦੀ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਮਿਆਂਮਾਰ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਆਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ। ਜ਼ੋਰਮਥਾਂਗਾ ਨੇ ਚਿੱਠੀ 'ਚ ਲਿਖਿਆ ਕਿ ਮਿਆਂਮਾਰ ਦੇ ਵਿੱਚ ਮਨੁੱਖੀ ਦੁਖਾਂਤ ਵਾਪਰ ਰਿਹਾ ਹੈ। ਮਿਆਂਮਾਰ ਦੇ ਵਿੱਚ ਫੌਜ ਨੇ ਫਰਵਰੀ ਮਹੀਨੇ ਵਿੱਚ ਲੋਕਤੰਤਰੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਦੋਂ ਤੋਂ ਲੈ ਕੇ ਉੱਥੇ ਸੈਨਿਕ ਸ਼ਾਸਨ ਵਿਰੁੱਧ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ। ਜਾਣਕਾਰੀ ਮੁਤਾਬਿਕ ਮਿਆਂਮਾਰ ਦੇ ਪੁਲਿਸ ਅਧਿਕਾਰੀਆਂ ਸਮੇਤ ਬਹੁਤ ਸਾਰੇ ਲੋਕਾਂ ਨੇ ਮਿਜ਼ੋਰਮ ਪਹੁੰਚ ਕੇ ਸ਼ਰਨ ਮੰਗੀ ਹੈ ਤੇ ਭਾਰਤ ਦੀ ਕੇਂਦਰ ਸਰਕਾਰ ਨੇ ਸਰਹੱਦੀ ਸੂਬਿਆਂ ਤੇ ਕੇਂਦਰੀ ਬਲਾਂ ਨੂੰ ਸਰਹੱਦ ਤੇ ਪ੍ਰਵਾਸੀ ਲੋਕਾਂ ਨੂੰ ਰੋਕਣ ਤੇ ਉਹਨਾਂ ਨੂੰ ਵਾਪਸ ਆਪਣੇ ਮੁਲਕ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਮਿਜ਼ੋਰਮ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਐਮਰਜੈਂਸੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ।